ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰ ਰਹੇ ਹਾਂ ਤੀਜੀ ਜਮਾਤ ਦੀ ਕਿਤਾਬ ਪੰਜਾਬੀ ਪੁਸਤਕ ਤੇ ਸ਼ੁਰੂ ਕਰਨ ਜਾ ਰਹੇ ਹਾਂ ਉਹਦਾ 16ਵਾਂ ਪਾਠ ਡਾਕਖਾਨੇ ਦੀ ਸੁਣੋ। ਡਾਕਖਾਨਾ, ਜਿਹਨੂੰ ਅੰਗਰੇਜ਼ੀ 'ਚ ਕਹੀਦਾ ਪੋਸਟ ਆਫਿਸ, ਇਹ ਉਹੀ ਥਾਂ ਹੈ ਜਿੱਥੇ ਸਾਰੀਆਂ ਚਿੱਠੀਆਂ ਇੱਕ ਥਾਂ ਤੋਂ ਦੂਜੀ ਥਾਂ ਭੇਜੀਆਂ ਜਾਂਦੀਆਂ ਹਨ। आओ पढ़ते हैं इस पाठ विच की सिखण नूं मिलेगा। प्यारे बच्चों, मैनू पता है कि हुण घर घर टैलीफोन ते मोबाइल फोन आ गए हन। तुसी मेरे कोल कदे कदाई ही आउंदे हो, पर मैं तुहाडा सबना दा मित्र हां। आओ तुहानू मैं दसदा हां कि मैं तुहाडे किहड़े-किहड़े काम करदा हां। ਡਾਕਖਾਨਾ ਕਹਿ ਰਿਹਾ ਵੀ ਮੈਨੂੰ ਪਤਾ ਹੈ ਹੁਣ ਘਰ ਘਰ ਵਿੱਚ ਟੈਲੀਫੋਨ ਆ ਗਏ ਨੇ, ਮੋਬਾਈਲ ਹੈਗੇ ਨੇ, ਹੁਣ ਚਿੱਠੀਆਂ ਲਿਖਣ ਦੀ ਲੋੜ ਪੈਂਦੀ ਨਹੀਂ। ਤੁਸੀਂ ਮੇਰੇ ਕੋਲ ਕਦੇ ਕਦਾਈ ਆਉਂਦੇ ਹੋ, ਪਰ ਮੈਂ ਤੁਹਾਡੇ ਸਭਨਾਂ ਦੇ ਕਿੰਜ ਕੰਮ ਆਂਦਾ ਹਾਂ, ਮੈਂ ਤੁਹਾਨੂੰ ਅੱਜ ਦੱਸਾਂਗਾ। ਚਿੱਠੀਆਂ ਲਿਖਣ ਲਈ ਕਾਰਡ, ਲਿਫਾਫੇ ਅਤੇ ਅੰਤਰਦੇਸੀ ਲਿਫਾਫੇ ਮੇਰੇ ਕੋਲੋਂ ਹੀ ਮਿਲਦੇ ਹਨ। पैसे दे के तुसी कार्ड, लिफाफे ते टिकटां मेरे कोलों ले जा सकते हो। तां डाकखाना कह रहा है भी मेरे कोलों तुसी चिट्ठियां लिखण वालियां ਉਹ भी ले सकते हो, लिफाफे एनवेलप ਜਿਹੜੇ ਹੁੰਦੇ ਨੇ ਜਿਨ੍ਹਾਂ ਵਿੱਚ ਚਿੱਠੀਆਂ ਪਾਈਆਂ ਜਾਂਦੀਆਂ ਉਹ ਵੀ ਲੈ ਸਕਦੇ ਹੋ। ਅੰਤਰਦੇਸੀ ਲਿਫਾਫੇ ਯਾਨੀ ਕਿ ਦੇਸ਼ ਦੇ ਅੰਦਰ ਹੀ ਜੇ ਕੋਈ ਚਿੱਠੀ ਲਿਖਣੀ ਹੋਏ ਤਾਂ ਉਹਦਾ ਵੀ ਵੱਖ ਤਰੀਕੇ ਦਾ ਪੋਸਟ ਕਾਰਡ ਹੁੰਦਾ, ਉਹ ਵੀ ਮੇਰੇ ਕੋਲੋਂ ਮਿਲਦੇ ਨੇ। ਤੇ ਤੁਸੀਂ ਪੈਸੇ ਦੇ ਕੇ ਮੇਰੇ ਕੋਲੋਂ ਕਾਰਡ ਵੀ ਲੈ ਸਕਦੇ ਹੋ, ਉਹ ਲਿਫਾਫੇ ਜਿਨ੍ਹਾਂ ਨੂੰ ਅੰਗਰੇਜ਼ੀ 'ਚ ਐਨਵਲਪ ਕਹਿੰਦੇ ਉਹ ਵੀ ਲੈ ਸਕਦੇ ਹੋ, ਤੇ ਜੇਕਰ ਟਿਕਟਾਂ ਚਾਹੀਦੀਆਂ ਹੈਗੀਆਂ ਨੇ ਉਹ ਵੀ ਲੈ ਸਕਦੇ ਹੋ। ਇਹ ਟਿਕਟਾਂ ਬੇਟਾ ਹੋਰ ਤਰੀਕੇ ਦੀਆਂ ਹੁੰਦੀਆਂ ਜਿਹਦੇ ਨਾਲ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਕੋਈ ਚੀਜ਼, ਪੈਸੇ ਭੇਜ ਸਕਦੇ ਹਾਂ। ਅੱਗੇ ਹੈ, ਤੁਹਾਡੀ ਲਿਖੀ ਚਿੱਠੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣਾ ਵੀ ਮੇਰਾ ਹੀ ਕੰਮ ਹੈ। ਤੁਸੀਂ ਚਿੱਠੀ ਲਿਖ ਕੇ ਲਿਫਾਫਾ ਬੰਦ ਕਰਦੇ ਹੋ, ਲਿਫਾਫੇ ਉੱਪਰ ਪਤਾ ਸਾਫ਼-ਸਾਫ਼ ਲਿਖੋ, पिन कोड लिखना कदे ना भूलो। बच्चों, हर डाकखाने या एक इलाके दा एक पिन कोड हुंदा है जिहदे नाल आपां उस इलाके दी या डाकखाने दी पछाण कर सकदे हां। तां जद आपां चिट्ठी लिफाफे विच पांदे हां तां एड्रैस लिखदे हां, पता लिखदे हां ते नाल दी नाल ओह कह रहे ने भी पिन कोड जरूर लिखियो ताकि इलाके दा पता लग जाए। अगे फिर चिट्ठी नूं मेरे लैटर बॉक्स विच पा दिओ। इस तरह ये सारियां चिट्ठियां मेरे कोल आ जांदियां हन। इन्हां चिट्ठियां ते मोहरां लाईयां जांदियां हन। फिर वख-वख थावां दियां चिट्ठियां वखरे-वखरे थैलियां विच पा दित्तियां जांदियां हन। आ जिहड़ी चिट्ठी हुंदी है उहदे उत्तर स्टैंप या मोहर भी लाई जांदी हैगी है जिहदे नाल ਸਾਨੂੰ ਪਤਾ ਲੱਗ ਸਕਦਾ ਹੈ ਵੀ ਕਿਹੜੀ ਤਰੀਕ ਨੂੰ ਇਹ ਚਿੱਠੀ ਲਿਖੀ ਗਈ ਸੀ ਤੇ ਕਿਹੜੇ ਡਾਕਖਾਨੇ ਤੋਂ ਆਈ ਹੈਗੀ ਹੈ। ਤੇ ਫਿਰ ਉਸ ਤੋਂ ਬਾਅਦ ਚਿੱਠੀਆਂ ਨੂੰ ਵੱਖਰੇ ਵੱਖਰੇ ਥੈਲੀਆਂ ਵਿੱਚ ਪਾ ਕੇ ਵੱਖ-ਵੱਖ ਥਾਵਾਂ ਤੇ ਭੇਜ ਦਿੱਤੀਆਂ ਜਾਂਦੀਆਂ ਹਨ। ਇਹਨਾਂ ਥੈਲਿਆਂ ਨੂੰ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ ਰਾਹੀਂ ਇੱਕ ਤੋਂ ਦੂਜੀ ਥਾਂ ਭੇਜਿਆ ਜਾਂਦਾ ਹੈ। फिर उत्थों दा डाकिया घर घर तुहाडियां चिट्ठियां पहुंचांदा है। ते आपां जद सारियां चिट्ठियां इकट्ठियां हो जांदियां ने फिर वख-वख थैलियां विच पा के रेल गड्डी, बसां या हवाई जहाज़ां राहीं दूजे देशां विच या दूजी थावां ते भेजियां जांदियां ने। फिर जद ओह चिट्ठियां उस डाकखाने पहुंच जांदियां ने उस इलाके दे, उस तो बाद उत्थों डाकिया चुक के चिट्ठियां ਤੁਹਾਡੇ ਰਿਸ਼ਤੇਦਾਰਾਂ ਨੂੰ ਜਾਂ ਜਿਨ੍ਹਾਂ ਨੂੰ ਵੀ ਤੁਸੀਂ ਚਿੱਠੀਆਂ ਲਿਖੀਆਂ ਨੇ ਉਹਨਾਂ ਨੂੰ ਪਹੁੰਚਾਉਂਦਾ ਹੈ। ਜੇਕਰ ਤੁਸੀਂ ਆਪਣੇ ਮਿੱਤਰ ਜਾਂ ਸਹੇਲੀ ਨੂੰ ਕੋਈ ਤੋਹਫਾ ਭੇਜਣਾ ਹੋਵੇ ਤਾਂ ਮੈਂ ਪਾਰਸਲ ਰਾਹੀਂ ਭੇਜ ਸਕਦਾ ਹਾਂ। ਮੰਨ ਲਓ ਤੁਸੀਂ ਕੋਈ ਡੱਬਾ ਭੇਜਣਾ ਹੈ, ਕੋਈ ਗੇਮ ਭੇਜਣੀ ਹੈ, ਕੁਝ ਵੀ ਭੇਜਣਾ ਹੈ ਤਾਂ ਉਹਨੂੰ ਪਾਰਸਲ ਕਹੀਦਾ, ਉਹ ਵੀ ਹੋ ਜਾਂਦਾ ਹੈ। ਮਨੀ ਆਰਡਰ ਰਾਹੀਂ ਤੁਹਾਡੇ
ਰੁਪਈਏ ਪੈਸੇ ਵੀ ਮੈਂ ਇੱਕ ਤੋਂ ਦੂਜੀ ਥਾਂ ਭੇਜ ਸਕਦਾ ਹਾਂ। ਨਾ ਕੇਵਲ ਤੋਹਫੇ ਬਲਕਿ ਜੇ ਮਨੀ ਆਰਡਰ ਹੈ, ਪੈਸੇ ਵੀ ਭੇਜਣੇ ਆ, ਉਹ ਵੀ ਡਾਕਖਾਨੇ ਤੋਂ ਚਲੇ ਜਾਂਦੇ ਨੇ ਇੱਕ ਥਾਂ ਤੋਂ ਦੂਜੀ ਥਾਂ। ਤਾਰ ਰਾਹੀਂ ਤੁਹਾਡਾ ਜ਼ਰੂਰੀ ਸੁਨੇਹਾ ਪਹੁੰਚਾਉਣਾ ਵੀ ਕਦੇ ਮੇਰਾ ਹੀ ਕੰਮ ਸੀ, ਪਰ ਹੁਣ ਤਾਰ ਰਾਹੀਂ ਸੁਨੇਹਾ ਭੇਜਣਾ ਬੰਦ ਹੋ ਗਿਆ। ਤਾਰ ਹੁੰਦਾ ਹੈ ਬੱਚਿਓ, ਜਦ ਇੱਕ ਥਾਂ ਤੋਂ ਦੂਜੀ ਥਾਂ ਬਹੁਤ ਜ਼ਰੂਰੀ ਕੋਈ ਵੀ ਸੰਦੇਸ਼ਾ ਭੇਜਣਾ ਹੁੰਦਾ ਸੀ ਪਹਿਲਾਂ ਦੇ ਸਮੇਂ ਵਿੱਚ, ਤਾਂ ਤਾਰ ਭੇਜੀਦਾ ਸੀ। ਇਹਦੇ ਵਿੱਚ ਜਿਹੜਾ ਸੁਨੇਹਾ ਸੀ ਉਹ ਤੁਰੰਤ ਹੀ ਮਿਲ ਜਾਂਦਾ ਸੀ, ਪਰ ਹੁਣ ਤਾਰ ਭੇਜਣੇ ਬੰਦ ਕਰਤੇ, ਇਹ ਬੰਦ ਹੋ ਗਿਆ। ਬੱਚਿਓ ਤੁਹਾਨੂੰ ਇੱਕ ਹੋਰ ਮਜ਼ੇਦਾਰ ਗੱਲ ਦੱਸਦਾ ਹਾਂ। ਤੁਸੀਂ ਵੱਖ-ਵੱਖ ਸਕੀਮਾਂ ਰਾਹੀਂ ਮੇਰੇ ਕੋਲ ਰੁਪਏ ਜਮ੍ਹਾਂ ਕਰਵਾ ਸਕਦੇ ਹੋ। ਤੁਸੀਂ ਬਚਤ ਕਰਕੇ ਜਿੰਨੇ ਰੁਪਏ ਜਮ੍ਹਾਂ ਕਰਵਾਓਗੇ ਉਸ ਤੋਂ ਵੱਧ ਮੈਂ ਵਾਪਸ ਦੇਵਾਂਗਾ। ਇਹ ਜਮ੍ਹਾਂ ਕੀਤੇ ਰੁਪਏ ਤੁਹਾਡੇ ਕੰਮ ਆਉਣਗੇ। ਯਾਨੀ ਕਿ ਵੱਖ-ਵੱਖ ਸਕੀਮਾਂ ਦੇ ਰਾਹੀਂ ਤੁਸੀਂ ਪੋਸਟ ਆਫਿਸ ਵਿੱਚ ਵੀ ਆਪਣੇ ਪੈਸੇ ਜਮ੍ਹਾਂ ਕਰ ਸਕਦੇ ਹੋ ਤੇ ਉਹਦੇ ਤੇ ਵਿਆਜ ਵੀ ਮਿਲੇਗਾ ਤੁਹਾਨੂੰ। ਤੇ ਇਹ ਤੁਸੀਂ ਆਪਣੇ ਘਰਦਿਆਂ ਨੂੰ ਵੀ ਦੱਸ ਸਕਦੇ ਹੋ ਵੀ ਪੋਸਟ ਆਫਿਸ ਜਾ ਕੇ ਪੈਸੇ ਜਮ੍ਹਾਂ ਕਰਾ ਦਿੱਤੇ ਜਾਣ, ਜਿਹਦੇ ਤੇ ਵਿਆਜ ਮਿਲਦਾ ਹੈ, ਹੋਰ ਵਾਧਾ ਹੁੰਦਾ ਪੈਸੇ ਦਾ। ਠੀਕ ਹੈ, ਤੇ ਬਾਅਦ ਵਿੱਚ ਇਹ ਸਾਡੇ ਕੰਮ ਵੀ ਆ ਸਕਦੇ ਨੇ। ਤੁਸੀਂ ਨਵੇਂ ਸਾਲ ਦਾ ਵਧਾਈ ਕਾਰਡ ਪਾਉਂਦੇ ਹੋ, ਜਨਮ ਦਿਨ ਦੇ ਵਧਾਈ ਕਾਰਡ ਭੇਜਦੇ ਰਹਿੰਦੇ ਹੋ। ਭਾਵੇਂ ਟੈਲੀਫੋਨ ਅਤੇ ਈਮੇਲ ਰਾਹੀਂ ਵੀ ਸੁਨੇਹੇ ਭੇਜੇ ਜਾ ਸਕਦੇ ਹਨ, ਪਰ ਚਿੱਠੀ ਦੀ ਗੱਲ ਹੀ ਵੱਖਰੀ ਹੈ। ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਚਿੱਠੀ ਜ਼ਰੂਰ ਲਿਖਿਆ ਕਰੋ। ਇਸ ਤਰ੍ਹਾਂ ਤੁਹਾਨੂੰ ਚਿੱਠੀ ਲਿਖਣੀ ਆ ਜਾਵੇਗੀ। ਤੁਹਾਡੇ ਰਿਸ਼ਤੇਦਾਰ ਤੁਹਾਡੀ ਚਿੱਠੀ ਪੜ੍ਹ ਕੇ ਖੁਸ਼ ਵੀ ਹੋਣਗੇ। ਤੇ ਇੱਥੇ ਦੱਸਿਆ ਗਿਆ ਵੀ ਭਾਵੇਂ ਤੁਸੀਂ ਵਧਾਈ ਦਾ ਕਾਰਡ ਭੇਜਣਾ ਹੋਵੇ ਜਾਂ ਫਿਰ ਬਰਥਡੇ ਵਿਸ਼ ਕਰਨਾ ਹੋਵੇ, ਕਿਸੇ ਨੂੰ ਮੁਬਾਰਕਾਂ ਭੇਜਣੀਆਂ ਹੋਣ, ਬੇਸ਼ੱਕ ਤੁਸੀਂ ਟੈਲੀਫੋਨ ਜਾਂ ਈਮੇਲ ਰਾਹੀਂ ਇਹ ਕੰਮ ਕਰ ਸਕਦੇ ਹੋ ਬਹੁਤ ਤੇਜ਼ੀ ਨਾਲ। ਪਰ ਮੰਨ ਲਓ ਕਿਸੇ ਨੂੰ ਤੁਸੀਂ ਕਾਰਡ ਭੇਜਿਆ ਜਾਂ ਚਿੱਠੀ ਭੇਜੀ ਹੈ, ਉਹਦਾ ਮਜ਼ਾ ਵਾਕਈ ਹੈਗਾ। ਅਗਲਾ ਜਿਹੜਾ ਪੜ੍ਹਦਾ ਉਹ ਵੀ ਖੁਸ਼ ਹੋ ਜਾਂਦਾ। ਤੇ ਤੁਹਾਨੂੰ ਦੱਸਿਆ ਗਿਆ ਵੀ ਤੁਸੀਂ ਵੀ ਚਿੱਠੀ ਲਿਖਣੀ ਸ਼ੁਰੂ ਕਰ ਦਿਓ ਆਪਣੇ ਰਿਸ਼ਤੇਦਾਰਾਂ ਨੂੰ, ਇੰਜ ਕਰਕੇ ਉਹ ਵੀ ਖੁਸ਼ ਰਹਿਣਗੇ ਤੇ ਤੁਹਾਨੂੰ ਵੀ ਚਿੱਠੀ ਲਿਖਣੀ ਆ ਜਾਏਗੀ। ਹੈ ਕਿ ਨਹੀਂ ਬੱਚਿਓ? ਕਿਉਂਕਿ ਟੈਲੀਫੋਨ ਤੇ ਮੋਬਾਈਲ ਤੋਂ ਪਹਿਲਾਂ ਤਾਂ ਆਪਾਂ ਜ਼ਰੂਰੀ ਸੁਨੇਹੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਚਿੱਠੀ ਰਾਹੀਂ ਹੀ ਭੇਜਦੇ ਸੀ। ਹੁਣ ਤਾਂ ਇਹਦਾ ਰਿਵਾਜ ਹੀ ਨਹੀਂ ਰਿਹਾ। ਅੱਜ ਕੱਲ ਮੈਂ ਨਵੇਂ ਢੰਗਾਂ ਨਾਲ ਤੁਹਾਡੀ ਸੇਵਾ ਕਰਦਾ ਹਾਂ। ਸਪੀਡ ਪੋਸਟ ਰਾਹੀਂ ਤੁਹਾਡੀ ਜ਼ਰੂਰੀ ਚਿੱਠੀਆਂ ਜਲਦੀ ਪਹੁੰਚਾਉਂਦਾ ਹਾਂ। ਤੁਸੀਂ ਆਪਣੇ ਟੈਲੀਫੋਨ ਅਤੇ ਬਿਜਲੀ ਦੇ ਬਿੱਲ ਵੀ ਮੇਰੇ ਕੋਲ ਜਮ੍ਹਾਂ ਕਰਵਾ ਸਕਦੇ ਹੋ। ਅੱਛਾ, ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਮੇਰੇ ਕੋਲ ਜ਼ਰੂਰ ਆਉਣਾ। ਤੁਹਾਡਾ ਸਭਨਾਂ ਦਾ ਮਿੱਤਰ ਡਾਕਖਾਨਾ। ਤੇ ਇੱਥੇ ਡਾਕਖਾਨਾ ਕਹਿ ਰਿਹਾ ਵੀ ਅੱਜ ਕੱਲ ਤਾਂ ਮੈਂ ਹੋਰ ਤਰੀਕੇ ਨਾਲ ਵੀ ਤੁਹਾਡੀ ਮਦਦ ਕਰਦਾ। ਮੰਨ ਲਓ ਤੁਸੀਂ ਸਪੀਡ ਪੋਸਟ ਕਰਨੀ ਹੈ, ਕੋਈ ਚਿੱਠੀ ਬਹੁਤ ਛੇਤੀ ਪਹੁੰਚਾਣੀ ਹੈ ਕਿਤੇ, ਮੈਂ ਉਹਦੇ ਲਈ ਵੀ ਹਾਜ਼ਰ ਹਾਂ। ਤੇ ਜੇ ਤੁਸੀਂ ਬਿੱਲ ਵੀ ਭਰਨੇ ਨੇ ਬਿਜਲੀ ਦੇ, ਟੈਲੀਫੋਨ ਦੇ, ਤੁਸੀਂ ਪੋਸਟ ਆਫਿਸ ਆ ਕੇ ਭਰ ਸਕਦੇ ਹੋ। ਮੈਂ ਇਸ ਵੀ ਕੰਮ ਆ ਜਾਵਾਂਗਾ ਤੁਹਾਡੇ। ਤੇ ਹੁਣ ਡਾਕਖਾਨਾ ਕਹਿੰਦਾ ਸਤਿ ਸ੍ਰੀ ਅਕਾਲ, ਮੈਂ ਚੱਲਦਾ ਹਾਂ। ਜੇ ਤੁਹਾਨੂੰ ਹੋਰ ਕੋਈ ਜਾਣਕਾਰੀ ਲੈਣੀ ਹੋਏ ਤਾਂ ਮੈਂ ਹਮੇਸ਼ਾ ਹਾਜ਼ਰ ਹਾਂ। ਤੁਹਾਡਾ ਸਭਨਾਂ ਦਾ ਮਿੱਤਰ, ਪਿਆਰਾ ਮਿੱਤਰ ਡਾਕਖਾਨਾ। ਅੱਗੇ ਚੱਲਦੇ ਹਾਂ ਬੱਚਿਓ। ਪਾਠ ਅਭਿਆਸ। ਪਹਿਲਾ ਹੈ ਸ਼ਬਦ ਅਰਥ। ਅੰਤਰਦੇਸੀ ਮਤਲਬ ਵੱਖ-ਵੱਖ ਦੇਸਾਂ ਸੰਬੰਧੀ। ਬਚਤ ਕੁਝ ਬਚਾ ਕੇ ਰੱਖਣਾ। ਪਾਰਸਲ डाक राही कोई चीज भेजना। बिल लैन योग या देन योग रकम। दूजा प्रश्न है मौखिक प्रश्न। पहला, चिट्ठियां पाउण लई असी किथे जांदे हां? असी जांदे हां डाकखाने। चिट्ठी उपर की लिखना नहीं भुलना चाहिए? चिट्ठी उपर
ਪਿਨ ਕੋਡ ਲਿਖਣਾ ਨਹੀਂ ਭੁੱਲਣਾ ਚਾਹੀਦਾ। ਉਹ ਇਲਾਕੇ ਦਾ ਜਾਂ ਪੋਸਟ ਆਫਿਸ ਦਾ ਇੱਕ ਨੰਬਰ ਹੁੰਦਾ ਹੈ। ਤੀਜਾ, ਲੈਟਰ ਬਾਕਸ ਕਿਸ ਰੰਗ ਦਾ ਹੁੰਦਾ ਹੈ? ਲੈਟਰ ਬਾਕਸ ਆਪਾਂ ਕਹਿ ਸਕਦੇ ਹਾਂ ਲਾਲ ਰੰਗ ਦਾ ਹੁੰਦਾ ਹੈ। ਤੀਜਾ, ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਊੜਾ, ਚਿੱਠੀਆਂ ਲਿਖਣ ਲਈ ਕਾਰਡ, ਲਿਫਾਫੇ ਅਤੇ ਅੰਤਰਦੇਸੀ ਲਿਫਾਫੇ ਡੈਸ਼ ਤੋਂ ਮਿਲਦੇ ਹਨ। ਦਵਾਖਾਨੇ ਜਾਂ ਡਾਕਖਾਨੇ ਉਹ ਮਿਲਦੇ ਨੇ ਡਾਕਖਾਨੇ ਤੋਂ। ਐੜਾ, लिफाफे ऊपर डैश साफ साफ लिखो। पता या चिट्ठी? पता। ईडी, डैश लिखना कदे ना भूलो। पिन कोड या नंबर? पिन कोड। ससा, डैश घर घर चिट्ठियां पहुंचाता है। माली या डाकिया? डाकिया। हाहा, डाकखाने विच डैश जमा करवा सकते हो। रुपए या सोना? रुपए। कक्का, डैश राही चिट्ठियां जल्दियां पहुंचदियां हन। स्पीड पोस्ट या पोस्ट राही? स्पीड पोस्ट। खखा, टेलीफोन ते बिजली ते डैश डाकखाने विच जमा करवा सकते हो। बिल या टैक्स? बिल। चौथा है, हेठ लिखे प्रश्नां दे उत्तर लिखो। ऊड़ा, डाकखाना साडे लई की काम करदा है? डाकखाना साडे चिट्ठी पत्र पहुंचाउण दा काम करदा है। ਇੱਥੇ ਅਸੀਂ ਆਪਣੇ ਵਾਧੂ ਰੁਪਏ ਵੀ ਜਮ੍ਹਾਂ ਕਰਵਾ ਸਕਦੇ ਹਾਂ ਅਤੇ ਬਿਜਲੀ ਤੇ ਟੈਲੀਫੋਨ ਦੇ ਬਿੱਲ ਵੀ ਇੱਥੇ ਜਮ੍ਹਾਂ ਹੁੰਦੇ ਹਨ। ਆਓ ਲਿਖੀਏ। ਐੜਾ, चिट्ठी लिख के किथे पाई जाती है? चिट्ठी लिख के लेटर बॉक्स विच पाई जाती है। ईड़ी, सुनेहे जल्दी किवें भेजे जाते हैं?
ਟੈਲੀਫੋਨ ਤੇ ਈਮੇਲ ਰਾਹੀਂ ਸੁਨੇਹੇ ਜਲਦੀ ਭੇਜੇ ਜਾਂਦੇ ਹਨ। ਟੈਲੀਫੋਨ, ਮੋਬਾਈਲ ਅਤੇ ਈਮੇਲ ਰਾਹੀਂ ਸੁਨੇਹੇ ਜਲਦੀ ਭੇਜੇ ਜਾਂਦੇ ਹਨ। ਅਗਲਾ ਪ੍ਰਸ਼ਨ ਸੱਸਾ। ਤੁਸੀਂ ਆਪਣੇ ਮਿੱਤਰ ਸਹੇਲੀ ਨੂੰ ਤੋਹਫੇ ਕਿਵੇਂ ਭੇਜ ਸਕਦੇ ਹੋ? ਅਸੀਂ ਆਪਣੇ ਮਿੱਤਰ ਜਾਂ ਸਹੇਲੀ ਨੂੰ ਪਾਰਸਲ ਰਾਹੀਂ ਤੋਹਫੇ ਭੇਜ ਸਕਦੇ ਹਾਂ। ਪੰਜਵਾਂ ਪ੍ਰਸ਼ਨ ਹੈ, ਠੀਕ ਵਾਕਾਂ ਦੇ ਅੱਗੇ ਠੀਕ ਦਾ ਨਿਸ਼ਾਨ ਅਤੇ ਗਲਤ ਵਾਕਾਂ ਅੱਗੇ ਗਲਤ ਦਾ ਨਿਸ਼ਾਨ ਲਾਓ। ਊੜਾ, ਡਾਕਖਾਨੇ ਵਿੱਚ ਦਵਾਈਆਂ ਮਿਲਦੀਆਂ ਹਨ? ਨਹੀਂ, ਚਿੱਠੀਆਂ। ਐੜਾ, ਡਾਕਖਾਨੇ ਵਿੱਚੋਂ ਲਿਫਾਫੇ, ਕਾਰਡ ਤੇ ਟਿਕਟਾਂ ਮਿਲਦੀਆਂ ਹਨ? ਹਾਂਜੀ, ਬਿਲਕੁਲ ਠੀਕ ਹੈ। ਈੜੀ, ਡਾਕਖਾਨੇ ਵਿੱਚ ਜਮ੍ਹਾਂ ਕੀਤੇ ਤੁਹਾਡੇ ਰੁਪਏ ਵਾਪਸ ਨਹੀਂ ਮਿਲਦੇ, ਗਲਤ, ਬਲਕਿ ਵਿਆਜ ਦੇ ਨਾਲ ਵਾਪਸ ਮਿਲਦੇ ਨੇ। ਸੱਸਾ, ਚਿੱਠੀਆਂ ਡਾਕਖਾਨੇ ਵਿੱਚ ਪਾਈਆਂ ਜਾਂਦੀਆਂ ਹਨ? ਗਲਤ, ਲੈਟਰ ਬਾਕਸ ਵਿੱਚ ਪਾਈਆਂ ਜਾਂਦੀਆਂ ਹਨ। ਹਾਹਾ, ਲਿਫਾਫੇ ਉੱਪਰ ਪਤਾ ਤੇ ਪਿੰਨ ਕੋਡ ਲਿਖਣਾ ਕਦੇ ਨਾ ਭੁੱਲੋ, ਬਿਲਕੁਲ ਠੀਕ ਹੈ। ਅੱਗੇ ਹੈ ਰਚਨਾਤਮਕ ਕਾਰਜ। ਲੈਟਰ ਬਾਕਸ ਦੇ ਚਿੱਤਰ ਵਿੱਚ ਰੰਗ ਭਰੋ। ਆਓ ਰੰਗ ਭਰੀਏ ਲੈਟਰ ਬਾਕਸ ਦੇ ਵਿੱਚ ਰਲ ਕੇ।
ਆ ਲੋ ਜੀ, ਆ ਰੰਗ ਤਾਂ ਆਪਾਂ ਲੈਟਰ ਬਾਕਸ। ਅੱਗੇ ਲਿਖਿਆ ਹੈ ਸੰਚਾਰ ਦੇ ਆਧੁਨਿਕ ਸਾਧਨ। ਇਹ ਹੈਗਾ ਹੈ ਟੈਲੀਫੋਨ, ਆ ਰਿਹਾ ਕੰਪਿਊਟਰ ਜਿਹਦੇ ਰਾਹੀਂ ਈਮੇਲ ਭੇਜਿਆ ਜਾਂਦਾ ਹੈ, ਤੇ ਆ ਹੈ ਸਾਡਾ ਮੋਬਾਈਲ। ਇਹ ਸੀ ਬੱਚਿਓ ਅੱਜ ਦੀ ਕਲਾਸ, ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਏਗੀ। ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ, ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।